ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ के ਭਾਗ 33ਵਾਂ। ਨਾਤੀ ਧੋਤੀ ਸਭਹੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਵੇੜੀ ਹਿੰਗ ਦੀ ਗਈ ਕਤੂਰੀ ਗੰਧ। ਬਾਬਾ ਫਰੀਦ ਜੀ ਸਮਝਾ ਰਹੇ ਆ, ਜਦੋਂ ਕੋਈ ਵੀ ਗੁਰਸਿੱਖ ਗੁਰਸ਼ਬਦ ਦੀ ਵਿਚਾਰ ਨਾਲ ਜੁੜਦਾ ਹੈ, ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਜਪ ਤੋਂ ਭਾਵ, ਜਪਣ ਤੋਂ ਭਾਵ ਸਮਝਣਾ। ਬਾਣੀ ਇੱਕ ਸਮਝ ਹੈ। ਸਮਝ ਦੇ ਵਿੱਚੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ, ਉਹ ਗਿਆਨ ਨਾਲ ਮਨ ਦਾ ਇਸ਼ਨਾਨ ਹੁੰਦਾ ਰਹਿੰਦਾ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ। ਸੰਸਾਰੀ ਜੀਵਾਂ ਅਸੀਂ ਤਾਂ ਧਰਮ ਲੋਭ ਕਰਕੇ ਧਾਰਦੇ ਹਾਂ, ਪਰ ਅਸਲ ਸਿੱਖੀ ਦਾ ਘਰ, ਮੁਕਤੀ ਦਾ ਘਰ, ਨਾਨਕ ਕੇ ਘਰ ਕੇਵਲ ਨਾਮ, ਗੁਰੂ ਘਰ ਜਾ ਕੇ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਨਦਰ ਹੁੰਦੀ ਆ ਉਹਨਾਂ ਗੁਰਸਿੱਖਾਂ 'ਤੇ, ਕੋਈ ਵੀ ਹੋ ਸਕਦਾ ਵਾ। ਗੁਰਸ਼ਬਦ ਦਾ ਗਿਆਨ ਮਾਇਆ ਪਾਰ ਕਰਾ ਦਿੰਦਾ ਹੈ। ਜਦੋਂ ਇਹਨੂੰ ਵਿਚਾਰਦੇ ਸੁਣਦੇ ਹਾਂ ਅਸੀਂ, ਉਹ 'ਚੋਂ ਮਨ ਦਾ ਜਿਹੜਾ ਹੈਗਾ ਇਸ਼ਨਾਨ ਹੁੰਦਾ ਰਹਿੰਦਾ ਹੈ, ਮਨ ਦੀ ਮੈਲ ਲੈਂਦੀ ਰਹਿੰਦੀ ਹੈ। ਇਹ ਨਿਰਾਕਾਰ ਦੁਨੀਆ ਦਾ ਨਹਾਉਣਾ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਆਪਾਂ ਵੀ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ, ਜੋ ਬਾਬਾ ਫਰੀਦ ਜੀ ਸਮਝਾ ਰਹੇ ਨੇ, ਨਾਤੀ ਧੋਤੀ ਸੰਭਹੀ ਸੰਭਲ ਗਈ। ਜਦੋਂ ਬੁੱਧੀ ਨੂੰ ਗਿਆਨ ਹੋਇਆ, ਸ਼ੁੱਧ ਹੋਈ, ਸੰਭਲ ਗਈ। ਸੁੱਤੀ ਆਏ ਨਿਚਿੰਤ ਤੋਂ ਭਾਵ ਸੋਵਣ ਜਾਗਣ ਬਹੁ ਪ੍ਰਕਾਰੇ। ਇੱਕ ਅਸੀਂ ਚਿੰਤਾ ਸੌਂਦੇ ਹਾਂ, ਇੱਕ ਅਚਿੰਤ ਹੋ ਕੇ ਸੌਂਦੇ ਹਾਂ। ਸੋਈ ਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਾਂਤਾ। ਜਦੋਂ ਸਾਨੂੰ ਸਮਝ ਆ ਜਾਂਦੀ ਹੈ ਕੁਦਰਤ ਦੀ ਸ਼ਕਤੀ ਦਾ, ਸਾਨੂੰ ਭੇਦ ਆ ਜਾਂਦਾ ਹੈ, ਕਿਰਪਾ ਰਹਿਮਤ ਹੋ ਜਾਂਦੀ ਹੈ, ਮਨ ਬੁੱਧੀ ਫਿਰ ਨਿਚਿੰਤ ਭਾਵ ਚਿੰਤਾ ਤੋਂ ਰਹਿਤ ਹੋ ਜਾਂਦੇ ਨੇ। ਉਹ ਸੌਣਾ ਵੱਖਰਾ ਹੈ ਭਾਈ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ। ਜਦੋਂ ਸਾਨੂੰ ਸਮਝ ਆਈ, ਇਸਲਾਮ ਛੱਡ ਕੇ ਉਹਨਾਂ ਨੇ ਗੁਰਮਤਿ ਦੇ ਧਾਰਨੀ ਬਣੇ, ਗੁਰਸ਼ਬਦ ਦੇ ਗਿਆਨ ਨਾਲ ਜਦੋਂ ਜੁੜੇ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਉਹਨਾਂ ਨੂੰ ਪ੍ਰਾਪਤੀ ਹੋਈ। ਉਹ ਉਹਨਾਂ ਦਾ ਜੀਵਨ ਹੈ, ਉਹ ਆਪਾਂ ਸਮਝਣਾ ਵਾ। ਜਿੰਨੇ ਵੀ ਭਗਤ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ, ਸਾਰਿਆਂ ਦੀ ਇੱਕ ਮੱਤ ਹੈ। ਕਿਸੇ ਨੂੰ ਵੀ ਸਮਝ ਲਈਏ ਆਪਾਂ, ਭਾਵੇਂ ਇੱਕ ਨੂੰ ਵੀ ਸਮਝ ਲਈਏ, ਤਾਂ ਵੀ ਪਾਰ ਨਿਕਲ ਜਾਗੇ। ਬਾਣੀ ਬਾਰ-ਬਾਰ ਸਾਨੂੰ ਉਪਦੇਸ਼ ਦੇ ਕੇ ਸਮਝਾ ਰਹੀ ਹੈ ਕਿ ਇੱਕ ਮਨ ਭੁੱਲਣਹਾਰ ਹੈ। ਰੋਜ਼ ਥੋੜ੍ਹਾ ਥੋੜ੍ਹਾ ਆਪਾਂ ਸਟੈਪ ਬਾਈ ਸਟੈਪ ਕਰਦੇ ਰਹਿਣਾ, ਤਾਂ ਕਿਤੇ ਪ੍ਰਾਪਤੀ ਹੁੰਦੀ ਹੈ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ। ਸਾਨੂੰ ਸਮਝ ਆਈ, ਚਿੰਤਾ ਘਟ ਗਈ। ਫਰੀਦਾ ਰਹੀ ਸੋ ਵੇੜੀ ਹਿੰਗ ਦੀ ਗਈ ਕਤੂਰੀ ਗੰਧ। ਦੋ ਬੇੜੀਆਂ ਨੇ ਭਾਈ। ਮਨ ਕੋਲੇ ਬੇੜੀ ਕਾਹਦੀ ਆ? ਹਿੰਗ ਦੀ, ਇੱਛਾ ਦੀ। ਹਿੰਗ ਦੀ ਬੇੜੀ ਦੇ ਨਾਲ ਮਨ ਦੀਆਂ ਇੱਛਾ ਨੂੰ, ਮਨ ਦੀ ਬੇੜੀ ਨੂੰ ਸਮਝਾ ਕੇ ਬਾਬਾ ਫਰੀਦ ਜੀ ਨੇ ਸਮਝਾਇਆ। ਕਸਤੂਰੀ ਤੋਂ ਭਾਵ, ਜਿਵੇਂ ਕਹਿੰਦੇ ਹਿਰਨ ਦੇ ਅੰਦਰ, ਮਿਰਗ ਦੇ ਅੰਦਰ ਉਹ ਕਸਤੂਰੀ ਹੁੰਦੀ ਹੈ, ਖੁਸ਼ਬੂ ਆਉਂਦੀ ਹੈ, ਪਰ ਉਹ ਜੰਗਲਾਂ 'ਚ ਭਾਲਦਾ। ਇਵੇਂ ਸਾਡੇ ਅੰਦਰ ਹੈ, ਉਹ ਸੱਚ ਕੀ ਬੇੜੀ ਹੈ। ਉੱਥੇ ਕਿਵੇਂ ਪਹੁੰਚਣਾ? ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਉਹ ਗੁਰ ਵਿਚਾਰ ਨਾਲ ਉਹ ਬੇੜੀ 'ਚ ਬਹਿਣਾ। ਮਨ ਵਾਲੀ ਬੇੜੀ ਆਪਾਂ ਛੱਡ ਦੇਣੀ ਹੈ। ਮਨ ਦੀ ਬੇੜੀ ਕਾਹਦੀ ਹੈ? ਇੱਛਾ ਦੀ। ਮਨ ਦਾ ਕੀ ਰੂਪ ਹੈ? ਇੱਛਾ। ਜਦੋਂ ਇੱਛਾ ਤੋਂ ਮੁਕਤ ਹੋ ਜਾਂਦਾ ਮਨ ਗੁਰਸ਼ਬਦ ਦੇ ਗਿਆਨ ਨਾਲ, ਫਿਰ ਸੱਚ ਦੀ ਬੇੜੀ 'ਚ ਬਹਿ ਜਾਂਦਾ। ਇਹ ਦੋ ਬੇੜੀਆਂ ਨੇ ਭਾਈ। ਲੋਕ ਵੀ ਕਹਿ ਲਈਏ, ਪਰਲੋਕ ਵੀ ਕਹਿ ਲਈਏ। ਆਪਾਂ ਇਹਨੂੰ ਲੋਕ ਨੂੰ ਛੋਟਾ ਨਾ ਸਮਝੀਏ। ਇਹ ਬਾਬਾ ਫਰੀਦ ਜੀ ਸਾਨੂੰ ਲੋਕ ਅਤੇ ਪਰਲੋਕ ਸਮਝਾ ਰਹੇ ਨੇ, ਪਰ ਸਮਝ ਤਾਂ ਉਹਦੀ ਕਿਰਪਾ ਨਹੀਂ ਆਉਣਾ ਭਾਈ। ਜਦੋਂ ਉਹਦੀ ਕਿਰਪਾ ਦੇ ਪਾਤਰ ਬਣਦੇ ਹਾਂ ਆਪਾਂ, ਗੁਰ ਕੇ ਚਰਨ ਬਾਣੀ ਨਾਲ ਜੁੜਦੇ ਹਾਂ, ਫਿਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਪਰ ਅਸੀਂ ਇਹ ਤੋਂ ਵਾਂਝੇ ਰਹਿ ਜਾਂਦੇ ਹਾਂ। ਗੁਰੂ ਘਰਾਂ 'ਚ ਜਾ ਕੇ ਅਸੀਂ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ, ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ ਭਾਈ।
ਸਮੇਂ ਸਮੇਂ ਅਨੁਸਾਰ ਭਗਤ ਗੁਰੂ ਸਾਹਿਬਾਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਔਰ ਗੁਰ ਸ਼ਬਦ ਨਾਲ ਜੋੜ ਕੇ ਇਹ ਦੁੱਖ ਸਾਗਰ ਚੋਂ ਸੁਖ ਸਾਗਰ 'ਚ ਉਹਨਾਂ ਨੂੰ ਨਿਵਾਸ ਦਿੱਤਾ। ਕਿਹਨਾਂ ਨੂੰ? ਜਿਨ੍ਹਾਂ ਨੇ ਗੁਰ ਕਾ ਭਾਣਾ ਮੰਨਿਆ। ਆਪਾਂ ਵੀ ਇਹ ਭਾਣਾ ਮੰਨਣਾ ਭਾਈ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ ਆਪਾਂ, ਦੁੱਖ ਪਰ ਹਰ ਸੁੱਖ ਕਰ ਲੈ ਜੇ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁਖ ਸਾਗਰ 'ਚ ਲੈ ਜਾਂਦੀ ਹੈ। ਇਹਨੂੰ ਆਪਾਂ ਸਮਝਣਾ ਵਾ। ਪਿੱਛੇ ਜਿੰਨੇ ਸਲੋਕ ਵਿਚਾਰੇ ਆ ਬਾਬਾ ਫਰੀਦ ਜੀ ਵਾਰ ਆਪਾਂ ਨੂੰ ਸਮਝਾ ਰਿਹਾ, ਜੇ ਜਾਣਾ ਤਿਲ ਥੋੜੜੇ, ਜੇ ਜਾਣਾ ਲੜ ਸਿੰਜੜਾ। ਜਾਣਦੇ ਅਸੀਂ ਕੁਛ ਨਹੀਂ, ਪਰ ਆਪਦੇ ਆਪ ਨੂੰ ਸਿਆਣੇ ਬਣ ਜਾਂਦੇ ਬਹੁਤ ਜਲਦੀ। ਥੋੜ੍ਹਾ ਬਹੁਤ ਹੀ ਗਿਆਨ ਹੋਣ ਨਾਲ ਮਨ ਸ਼ੈਤਾਨ ਬਣ ਜਾਂਦਾ ਹੈ। ਨਹੀਂ ਭਾਈ, ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ। ਸਤਿਗੁਰਾਂ ਦੇ ਵਚਨ ਨੇ ਪੰਚਮ ਪਾਤਸ਼ਾਹ ਦੇ। ਉਹ ਠਾਕਰ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਹ ਹੁਕਮ ਨਾਮ ਪ੍ਰਤਪਾਲਕ ਹੈ। ਨਮਸਕਾਰ ਤੋਂ ਭਾਵ ਸਿਰ ਨੀਵਾਂ ਕਰ ਲੈਣਾ ਮਨ ਕਰਕੇ, ਫਿਰ ਉਹ ਕਾਰ 'ਚ ਲੱਗ ਜਾਣਾ। ਉਹਨੂੰ ਨਮਸਕਾਰ ਕਹਿੰਦੇ ਨੇ। ਇਸਲਾਮ ਦੇ ਵਿੱਚ ਸਲਾਮ ਜਵਾਬ ਵਰਤਿਆ ਹੋਇਆ ਵਾ। ਸਤਿਗੁਰਾਂ ਨੇ ਸਾਨੂੰ ਨਮਸਕਾਰ ਭਾਵ ਨੀਵਾਂ ਹੋਣ ਨੂੰ ਕਿਹਾ। ਭਗਤ ਗੁਰੂ ਸਾਹਿਬਾਨਾਂ ਨੇ ਆਪਦੇ ਰਾਗ ਦੇ ਵਿੱਚ ਸਮਝਾਇਆ ਆਪਾਂ ਨੂੰ। ਇਹ ਸਮਝਣਾ ਭਾਈ ਆਪਾਂ। ਇਹ ਦੋ ਬੇੜੀਆਂ ਨੇ। ਮਨ ਕੋਲ ਬੇੜੀ ਕਾਹਦੀ ਹੈ? ਹਿੰਗ ਦੀ। ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ, ਸਤਿਗੁਰ ਜੀ ਦੀ ਇਹ ਬਾਣੀ ਹੈ, ਜਿਹਦਾ ਆਪਾਂ ਨੂੰ ਦਰਸ਼ਨ ਹੋਣਾ ਪਹਿਲਾਂ, ਉਸ ਤੋਂ ਬਾਅਦ ਨਾਮ ਦੀ ਪ੍ਰਾਪਤੀ ਹੋਣੀ ਹੈ। ਉਹ ਕਾਹਦੀ ਹੈ? ਉਹ ਚੰਦਨ ਦੀ ਹੈ, ਉਹ ਖੁਸ਼ਬੂ ਦੀ ਹੈ। ਜਦੋਂ ਅਸੀਂ ਮਾਇਆ ਦੀ ਇੱਛਾ ਛੱਡ ਕੇ ਉਹ ਬੇੜੀ 'ਚ ਬਹਿ ਜਾਂਦੇ ਹਾਂ, ਉਹ ਧਿਆਨ ਦੀ ਦੁਨੀਆ ਵਾ। ਉਹ ਆਤਮਾ ਦੀ ਬੇੜੀ ਹੈ। ਜਿਹੜੀ ਇਹ ਬੇੜੀ ਹੈ ਮਨ ਦੀ, ਇਹ ਕਾਹਦੀ ਹੈ? ਇਹ ਇੱਛਾ ਦੀ, ਹਿੰਗ ਦੀ, ਦੁਰਗੰਧ ਦੀ। ਇੰਨਾ ਕੁ ਤਾਂ ਸਾਨੂੰ ਗਿਆਨ ਹੁੰਦਾ ਹੀ ਹੈ। ਅੰਤ ਸਮੇਂ ਕੋਈ ਕੰਮ ਨਹੀਂ ਆਉਂਦਾ ਭਾਈ। ਸੰਸਾਰ ਦੀਆਂ ਪ੍ਰੀਤਾਂ ਸਾਰੀਆਂ ਝੂਠੀਆਂ ਹੋ ਜਾਂਦੀਆਂ ਨੇ ਜਦੋਂ ਕਾਲ ਆਉਂਦਾ। ਚਾਹੇ ਅਸੀਂ ਜਿੰਨੇ ਮਰਜ਼ੀ ਸਿਆਣੇ ਬਣ ਜਾਈਏ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਜਪਜੀ ਸਾਹਿਬ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਨਹੀਂ ਚੱਲਦੀ ਭਾਈ ਸਿਆਣਪ ਜਦੋਂ ਕਾਲ ਆਉਂਦਾ। ਕਿਸ ਸਚਿਆਰਾ ਹੋਈਏ, ਕਿਵੇਂ ਸੱਚ ਨਾਲ ਜੁੜਿਆ ਜਾਏ, ਕਿਵੇਂ ਸੱਚ ਦੀ ਪ੍ਰਾਪਤੀ ਹੋਵੇ, ਮਨ ਸਚਿਆਰ ਹੋ ਜਾਵੇ। ਉਹ ਫਿਰ ਆਪਾਂ ਨੂੰ ਵਿਧੀ ਸਮਝਾਉਂਦੇ ਨੇ ਸਤਿਗੁਰ। ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਕੂੜ ਤੋਂ ਭਾਵ ਝੂਠ। ਸਰੀਰ ਨਾਲ ਆਤਮਾ ਗੋਪੀ ਦੇ ਜਿਹੜੇ ਰਿਸ਼ਤੇ ਬਣ ਗਏ ਚੇਤਨਾ ਦੇ ਜੜ ਨਾਲ, ਕਿਵੇਂ ਝੂਠ ਨਾਲੋਂ ਟੁੱਟੇ, ਝੂਠ ਦੀ ਖਾਈ ਨਾਲੋਂ। ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਵਿਧੀ ਹੈ ਭਾਈ, ਇਹਨੂੰ ਬਹੁਤ ਧਿਆਨ ਨਾਲ ਸੁਣਨਾ। ਫਿਰ ਇਹ ਜਿਹੜੇ ਸ਼ਬਦ ਦੀ ਕਮਾਈ ਆਪਾਂ ਕਰਦੇ ਹਾਂ, ਇਹ 'ਚੋਂ ਆਪਾਂ ਨੂੰ ਗਿਆਨ ਮਿਲਦਾ। ਫਿਰ ਮਨ ਮੰਨਦਾ, ਪਹਿਲਾਂ ਨਹੀਂ ਮੰਨਦਾ ਹੈਗਾ। ਫਿਰ ਆਪਾਂ ਗੁਰੂ ਦੇ ਸ਼ਬਦ ਦੇ ਧਾਰਨੀ ਬਣਨਾ, ਪਰਨ ਕਰਨਾ ਸ਼ਬਦ ਦੀ ਕਮਾਈ ਦਾ ਔਰ ਭਾਣੇ ਚੱਲਣ ਦਾ। ਅਸੀਂ ਧਰਮ ਵੀ ਧਾਰਦੇ ਹਾਂ, ਅੰਮ੍ਰਿਤ ਵੀ ਛਕ ਲੈਂਦੇ ਹਾਂ। ਸਰੀਰ ਕਰਕੇ ਸੰਸਾਰ ਤੋਂ ਵੱਖਰੇ ਹੋ ਜਾਂਦੇ ਹਾਂ, ਪਰ ਆਤਮਾ ਕਰਕੇ ਕੋਰੇ ਹੀ ਰਹਿ ਜਾਂਦੇ ਹਾਂ ਭਾਈ। ਆਓ ਸਾਰੇ ਮਿਲ ਕੇ ਗੁਰਸ਼ਬਦ, ਗੁਰ ਕੇ ਚਰਨ, ਬਾਣੀ ਨਾਲ ਜੁੜੀਏ। ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਫਿਰ ਹੀ ਆਪਣੀ ਚਿੰਤਾ ਜਾਣੀ ਆ, ਫਿਰ ਹੀ ਆਪਾਂ ਕਾਲ ਤੋਂ ਮੁਕਤ ਹੋਣਾ ਵਾ। ਇਹ ਚਾਰ ਗੁਣ ਆਤਮਾ ਦੇ ਨੇ ਭਾਈ। ਜਦੋਂ ਸੱਚ ਕੀ ਬੇੜੀ 'ਚ ਬੈਠਾਂਗੇ, ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਪਿੱਛੇ ਆਪਾਂ ਵਿਚਾਰਿਆ ਗੁਰ ਵਿਚਾਰ ਤੋਂ ਭਾਵ ਗੁਰ ਸ਼ਬਦ ਦੇ ਨਾਲ ਜੁੜਾਂਗੇ। ਸਾਨੂੰ ਪਹਿਲਾ ਗੁਣ ਪ੍ਰਾਪਤ ਹੋਣਾ ਨਿਰਭਉ, ਫਿਰ ਦੂਜਾ ਗੁਣ ਪੈਦਾ ਹੋਣਾ ਨਿਰਵੈਰ, ਫਿਰ ਤੀਜਾ ਅਕਾਲ ਤੋਂ ਮੁਕਤ, ਚੌਥਾ ਅਜੂਨੀ। ਅਜੂਨੀ ਹੁੰਦੀ ਹੈ ਸਰੀਰ ਤੋਂ ਪਰੇ। ਆਤਮਾ ਦਾ ਸਰੀਰ ਆਪਦੇ ਮੂਲ 'ਚ ਲੈ ਹੋਣ ਤੋਂ ਬਾਅਦ ਫਿਰ ਇਹ ਪੂਰਨ ਹੁੰਦੀ ਹੈ। ਜਦੋਂ ਮਨ 'ਚ ਟਿਕ ਹੁੰਦੇ ਨੇ, ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਇਹਨੂੰ ਸਮਝਣਾ, ਵਿਚਾਰਨਾ ਵਾ। ਸਟੈਪ ਬਾਈ ਸਟੈਪ ਆਪਾਂ ਪੌੜੀਆਂ ਚੜ੍ਹਨਾ, ਉਹਦੀ ਕਿਰਪਾ ਰਹਿਮਤ ਲੈਂਦੇ ਰਹਿਣਾ ਵਾ। ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਖਾਤਰ ਆਪਾਂ ਨੂੰ ਜੀਵਨ ਮਿਲਿਆ। ਸਟੈਪ ਬਾਈ ਸਟੈਪ ਚੱਲ ਕੇ ਗੁਰੂ ਦੇ ਪਿੱਛੇ, ਫਿਰ ਆਪਾਂ ਨੂੰ ਉਹ ਸੱਚ ਦੀ ਬੇੜੀ ਜਗ੍ਹਾ ਮਿਲਣੀ ਹੈ। ਉਹ ਕੀ ਹੈ? ਦੇਵਲੋਕ। ਉੱਥੇ ਫਿਰ ਜਾ ਕੇ ਆਪਣੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਪਹਿਲਾਂ ਆਪਾਂ ਗਿਆਨ ਪਦਾਰਥ ਨਾਲ ਸੰਸਾਰ ਤੋਂ ਛੁਟਕਾਰਾ ਪਾ ਲੈਂਦੇ ਹਾਂ। ਦੂਜਾ ਪਦਾਰਥ ਸਾਨੂੰ ਮੁਕਤੀ ਮਿਲ ਜਾਂਦੀ ਹੈ, ਮਨ ਸੰਤੋਖ 'ਚ ਆ ਜਾਂਦਾ, ਸਮਝ ਲੈਂਦਾ ਕੁਦਰਤ ਦੀ ਸ਼ਕਤੀ ਨੂੰ। ਤੀਜਾ ਫਿਰ ਆਪਾਂ ਦੇਵਲੋਕ ਪਹੁੰਚ ਕੇ ਧਿਆਨ ਦੀ ਦੁਨੀਆ, ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੋਂ ਮੁਸੱਕਤ 'ਚੋਂ ਨਿਕਲ ਕੇ ਫਿਰ ਇਹ ਭਗਤੀ ਸ਼ੁਰੂ ਹੁੰਦੀ ਹੈ। ਫਿਰ ਥਿਰ ਹੁੰਦਾ ਮਨ ਉੱਥੇ। ਫਿਰ ਨਾਮ ਭਾਵ ਹੁਕਮ ਦਾ ਦਰਸ਼ਨ ਹੁੰਦਾ ਹੈ। ਉਹ ਤੀਜਾ ਪਦਾਰਥ ਹੈ। ਚੌਥਾ ਫਿਰ ਸਾਡਾ ਜਨਮ, ਜਦੋਂ ਹੁਕਮ 'ਚ ਲੈ ਹੁੰਦੇ ਹਾਂ।
ਇਹ ਆਪਾਂ ਪ੍ਰਾਪਤੀ ਕਰਨੀ ਆ। ਇਹ ਬਾਬਾ ਫਰੀਦ ਜੀ ਨੇ ਆਪਾਂ ਨੂੰ ਸਮਝਾਇਆ। ਨਾਤੀ ਧੋਤੀ ਸੰਭਈ, ਸੰਭਲ ਗਈ। ਜਦੋਂ ਮਨ ਬੁੱਧੀ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਦੇ ਆ, ਇਹਦਾ ਇਸ਼ਨਾਨ ਹੁੰਦਾ ਰਹਿੰਦਾ ਹੈ। ਮਨ ਧੋਵੋ ਗੁਰੂ ਸ਼ਬਦ ਲਾਗੋ, ਮਨ ਦੀ ਮੈਲ ਲੈਂਦੀ ਰਹਿੰਦੀ ਹੈ। ਨਾਨਕ ਸੱਚ ਸਵਾਰਨ ਹਾਰਾ। ਆਓ ਸਾਰੇ ਮਿਲ ਕੇ ਆਪਾਂ ਮਨ ਬੁੱਧੀ ਨੂੰ ਸੱਚ ਦੇ ਗਿਆਨ ਨਾਲ ਸਵਾਰੀਏ। ਜਿਹੜਾ ਮਨ ਦਾ ਹੁਕਮ ਹੈ ਮਨ ਬੁੱਧੀ ਦਾ, ਉਹ ਵਿਗਾੜਨ ਹਾਰਾ ਵਾ, ਸੱਚ ਸਵਾਰਨ ਹਾਰਾ ਵਾ। ਦੋ ਹੀ ਤਾਂ ਹੁਕਮ ਨੇ ਭਾਈ, ਦੋ ਹੀ ਲੋਕ ਨੇ। ਕਲਪਨਾ ਕਰਕੇ ਅਸੀਂ ਇੱਥੇ ਰਹਿੰਦੇ ਹਾਂ। ਜਦੋਂ ਕਲਪਨਾ ਤੋਂ ਮੁਕਤ ਹੋ ਜਾਂਦੇ ਹਾਂ, ਇੱਛਾ ਤੋਂ ਮਨ ਭਾਣੇ 'ਚ ਆ ਜਾਂਦਾ, ਫਿਰ ਅਸੀਂ ਪਰਲੋਕ ਪਹੁੰਚ ਜਾਂਦੇ ਹਾਂ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ। ਫਰੀਦਾ ਰਹੀ ਸੋ ਬੇੜੀ, ਹਿੰਗ ਦੀ ਗਈ ਕਥੋਰੀ, ਗੰਧ ਨਹੀਂ ਫਿਰ ਕਸਤੂਰੀ ਦੀ ਖੁਸ਼ਬੂ। ਜਿਵੇਂ ਚੰਦਨ ਦੀ, ਸੱਚ ਦੀ, ਉਹ ਤੋਂ ਵਾਂਝੇ ਰਹਿ ਜਾਂਗੇ। ਹਿੰਗ ਦੀ ਬੇੜੀ ਤਾਂ ਆਪਣੇ ਕੋਲ ਹੈਗੀ ਆ ਭਾਈ, ਇਹ ਛੱਡ ਕੇ ਦੂਈ 'ਚ ਬਹਿਣਾ ਵਾ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ, ਆਪਾਂ ਵੀ ਆਪਦੇ ਘਰ ਪਹੁੰਚੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।